मेरी तो दुनिया खत्म कर गए ने, मेरा कुछ नहीं बाकी बचया। बीए ने वास्ता पाया ਉਹਦੇ ਅੱਗੇ, ਓਏ ਮੈਨੂੰ ਮਾਰ ਲਿਆ ਈ ਉਹ ਤੇ ਮੇਰੇ ਪੁੱਤਰ ਨੂੰ ਨਾ ਮਾਰੀ। ਉਹਨਾਂ ਨੇ ਪੁੱਤਰ ਪਹਿਲੇ ਹੀ ਮਾਰ ਦਿੱਤਾ ਸੀ, ਪਿਓ ਨੂੰ ਬਾਅਦ ਚ ਮਾਰਿਆ। ਸਾਰੀਆਂ ਮੈਨੂੰ ਇਹੀ ਕਹਿ ਰਹੇ ਨੇ ਕਿ ਅਸੀਂ 2 ਮਾਰ ਕੇ ਜ਼ਮਾਨਤਾਂ ਕਰਾ ਲੀਆਂ ਨੇ, ਅਸੀਂ ਇਹ 2 ਪਿੱਛੇ ਰਹਿ ਗਏ ਨੇ, ਅਸੀਂ ਇਹਨਾਂ ਨੂੰ ਵੀ मार देना जमान। अस्सलाम वालेकुम नाज़रीन, मैं हूं एडी मलिक। तकरीबन 10 दिन पहले एक बाप और उसके साथ बेटे को 4 मुलजमान ने गोलियां मारकर कत्ल कर दिया। बात करते हैं कि किन लोगों ने आपके शोहर और आपके बेटे को कत्ल किया, क्या आपकी कोई दुश्मनी थी? आंटी मुझे बताइएगा कि ये क्या वाक़या हुआ था, किन लोगों ने आपके शोहर और आपके बेटे को कत्ल किया? ਮੇਰੇ ਮੀਆਂ ਦੇ ਮਾਮੇ ਦੇ ਬੇਟੇ ਨੇ, ਇੱਕ ਨਦੀਮ ਹੈ, ਨਈਮ ਹੈ, ਸਗੀਰ ਹੈ, ਨਵੀਦ ਹੈ, ਉਹਨਾਂ ਦੇ ਬੇਟੇ ਨੇ, ਭਾਂਜੇ ਨੇ ਨਾਲ, ਸਾਰੇ ਇਕੱਠੇ ਨਾ ਆਏ ਨੇ। ਪਹਿਲੇ ਉਹਨਾਂ ਨੇ ਆਂਦਿਆਂ ਮੇਰੇ ਬੇਟੇ ਤੇ ਗੋਲੀਆਂ ਮਾਰੀਆਂ ਨੇ, ਉਹਨੂੰ ਉੱਥੇ ਮਾਰਤਾ ਹੈ। ਫਿਰ ਮੇਰੇ ਮੀਆਂ ਨੂੰ ਮਾਰੀਆਂ ਨੇ, ਜਿਹੜੇ ਮੁਲਾਜ਼ਮ ਸਨ ਉਹਨਾਂ ਨੂੰ ਸਾਈਡ ਤੇ ਕਰਤਾ ਹੈ। ਬਾਰੀ ਨਾਲ ਸਭ ਨੇ ਮਾਰੀਆਂ ਨੇ, ਤਸੱਲੀ ਨਾਲ ਮਾਰ ਕੇ ਗਏ ਨੇ। ਮੇਰੀ ਉਹਨਾਂ ਦੇ ਨਾਲ ਜੇ ਮੇਰੀ ਐਡੀ ਦੁਸ਼ਮਣੀ ਹੁੰਦੀ ਤੇ ਮੈਂ ਆਪਣੇ ਬੱਚਾ ਛੁਪਾ ਕੇ ਰੱਖਦੀ, ਮੈਂ ਆਪਣਾ ਮੀਆਂ ਛੁਪਾ ਕੇ ਰੱਖਦੀ। ਮਗਰ ਮੇਰਾ ਜੁਰਮ ਇਹ ਹੀ ਹੈ ਕਿ ਮੈਂ ਆਪਣੀ ਬੇਟੀ ਉਹਨਾਂ ਨੂੰ ਦਿੱਤੀ ਦੀ ਸੀ। ਤੇ अपनी बेटी की शादी उनके घर में की? ਹਾਂ, ਮੇਰੀ ਬੇਟੀ ਦੀ ਸ਼ਾਦੀ ਸੀ ਉਹਨਾਂ ਦੇ ਘਰ। ਤਕਰੀਬਨ ਮੇਰੀ ਬੇਟੀ 4 ਸਾਲ ਰਹੀ ਹੈ, ਮਗਰ ਬੜਾ ਜੁਰਮ, ਬੜਾ ਕੁਛ ਕਰਦੇ ਸਨ ਮੇਰੀ ਬੇਟੀ ਨੇ। ਉਹਨੇ ਆਪਣਾ ਘਰ ਬਚਾਉਣ ਦੀ ਖਾਤਰ ਕਦੀ ਸਾਡੇ ਨਾਲ ਕੋਈ ਜ਼ਿਕਰ ਨਹੀਂ ਕੀਤਾ। ਉਹਨਾਂ ਨੇ ਜਲਾ ਵੀ ਦਿੱਤੀ ਹੈ, ਜਲਾਈ ਵੀ ਹੈ। ਜਲਾਉਣ ਦੇ ਬਾਵਜੂਦ ਵੀ ਮੇਰੀ ਬੇਟੀ ਨੇ ਨਾ ਫਿਰ ਵੀ ਪਰਦਾ ਹੀ ਰੱਖਿਆ ਕਿ ਮਾਂ ਨਹੀਂ, ਮੇਰੇ ਤੇ ਪ੍ਰੈਸ਼ਰ ਗਿਰ ਗਿਆ। ਅਸੀਂ ਆਖਿਆ ਚਲੋ ਠੀਕ ਹੋਏਗਾ, ਇੰਝ ਹੀ ਹੋਏਗਾ। ਅਸੀਂ ਪਤਾ ਲੈਣ ਗਿਆ ਤੇ ਜਿਹੜਾ ਨਈਮ ਤੇ ਨਦੀਮ ਹੈ ਤੇ ਨਈਮ ਸਗੀਰ ਹੈ ਤੇ ਨਵੀਦ ਹੈ, ਇਹ ਸਾਰਿਆਂ ਸਾਨੂੰ ਬਾਹਰ ਦੀ ਕੁੰਡੀ ਲਾ ਲਈ ਹੈ, ਗੇਟ ਨੂੰ ਤਾਲਾ ਲਾ ਲਿਆ ਤੇ ਇਹਨਾਂ ਨੇ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇੱਕ ਵੈਸੇ ਹੀ ਉਹਨਾਂ ਦਾ ਦੋਸਤ ਸੀ ਕੋਲ ਬੈਠੇ ਦਾ, ਅਦਰੀਸ ਨਾਂ ਦਾ ਬੰਦਾ ਹੈ, ਉਹ ਨਦੀਮ ਦਾ ਦੋਸਤ ਹੈ। ਉਹਨੇ ਸੀੜੀ ਦਾ ਦਰਵਾਜ਼ਾ ਖੋਲਿਆ ਤੇ ਸਾਨੂੰ ਜਿਹੜਾ ਨਾ ਧੱਕਾ ਮਾਰ ਕੇ ਤੇ ਬਾਹਰ ਸੁੱਟ ਦਿੱਤਾ। ਅੱਗੇ ਇਹਨਾਂ ਨੇ ਇਸ ਤਰ੍ਹਾਂ ਦੁਨੀਆ ਸੀ ਖਿਲਾਰੀ ਦੀ ਕਿ ਜਿਵੇਂ ਬਰਾਤ ਖੜੀ ਹੁੰਦੀ ਹੈ। ਉਹ ਸਭ ਲੋਕ ਜਿਹੜੇ ਇਹਨਾਂ ਦੇ, ਕੋਈ ਫੈਕਟਰੀ ਦਾ ਸੀ, ਕੋਈ ਦੁਕਾਨ ਦਾ ਸੀ, ਕੋਈ ਜੋ ਵੀ ਸੀ, ਸਾਰੇ ਇਹਨਾਂ ਦੇ ਆਪਣੇ ਸਨ। ਤੇ ਇਹਨਾਂ ਨੇ ਮਾਰਨਾ ਪਿੱਟਣਾ ਸ਼ੁਰੂ ਕਰ ਦਿੱਤਾ। ਮੇਰੇ ਛੋਟੇ ਬੇਟੇ ਨੇ 15 ਤੇ ਕਾਲ ਕੀਤੀ ਹੈ, ਪੁਲਿਸ ਬੁਲਾਈ ਹੈ। ਪੁਲਿਸ ਬੁਲਾਣੇ ਤੋਂ ਬਾਅਦ ਜਿਹੜਾ ਨਾ ਪੁਲਿਸ ਗ੍ਰਿਫਤਾਰ ਕਰਕੇ ਮੇਰੇ ਬੱਚਿਆਂ ਨੂੰ ਲੈ ਗਈ ਹੈ, ਮੇਰੇ ਮੀਆਂ ਨੂੰ ਲੈ ਗਈ ਹੈ। ਅਸੀਂ ਉੱਥੇ ਬੈਠੀਆਂ ਰਹੀਆਂ ਇਹਨਾਂ ਦੇ ਦਰਵਾਜ਼ੇ 'ਚ ਹੀ। ਸਾਨੂੰ ਉਹ 14 ਦਿਨਾਂ ਤੋਂ ਬਾਅਦ ਤਤੀਮੇ 'ਚ ਸਾਨੂੰ ਫਿਰ ਜੇਲ੍ਹ ਭੇਜਿਆ। ਉਹ ਸਾਨੂੰ ਨਹੀਂ ਸੀ ਪਤਾ ਕਿ ਇਹਨਾਂ ਦੇ ਉਹਨਾਂ ਦਾ ਜਾਇਦਾਦ ਦਾ ਰੌਲਾ ਸੀ, ਵੱਡਾ ਲਹਿਦਾ ਰਹਿੰਦਾ ਸੀ। ਉਹਨੂੰ ਫੋਨ ਕਰਕੇ ਇਹਨਾਂ ਨੇ ਸੱਦਿਆ, ਫੋਨ ਕਰਕੇ ਸੱਦ ਕੇ ਨਦੀਮ ਨੇ ਔਰ ਨਈਮ ਨੇ, ਸਗੀਰ ਨੇ, ਨਵੀਦ ਨੇ, ਇਹਨਾਂ ਨੇ ਛੁਰੀਆਂ ਮਾਰੀਆਂ ਨੇ। ਜਿਹਨੂੰ ਪਹਿਲੇ ਕਤਲ ਕੀਤਾ ਸੀ ਇਹ ਨਦੀਮ ਵਗੈਰਾ, ਉਹਨਾਂ ਦਾ ਕੀ ਲੱਗਦਾ ਸੀ? ਉਹਨਾਂ ਦਾ ਭਰਾ ਸੀ, ਵੱਡਾ ਭਰਾ ਸੀ। ਜਾਇਦਾਦ ਦੀ ਵਜ੍ਹਾ ਤੋਂ ਮਾਰਿਆ? ਜਾਇਦਾਦ ਦੀ ਵਜ੍ਹਾ ਤੋਂ ਮਾਰਿਆ ਸੀ। ਉਹ ਤਕਰੀਬਨ ਬੜੇ ਅਰਸੇ ਤੋਂ ਲਹਿਦਾ, ਕਦੀ ਕਿਰਾਇਆਂ ਤੇ ਕਦੀ ਕਿਤੇ ਰਹਿੰਦਾ ਸੀ ਵਿਚਾਰਾ। ਉਹ ਹੁਣ ਮੰਗਦਾ ਸੀ ਇਹਨਾਂ ਕੋਲੋਂ ਕਿ ਮੇਰਾ ਹਿੱਸਾ ਜਿਹੜਾ ਨਾ ਮੈਨੂੰ ਦੇ ਦਿਓ। ਮੇਰੇ ਵੀ ਬੱਚੇ ਜਵਾਨ ਹੋ ਗਏ ਨਾ। ਤੇ ਉਹ ਨਦੀਮ ਜਿਹੜਾ ਹੈ ਨਾ ਉਹ ਬਦਮਾਸ਼ ਬਣੇ ਦਾ ਸੀ, ਨਈਮ ਬਦਮਾਸ਼ ਬਣੇ ਦਾ ਸੀ, ਸਗੀਰ ਵੀ। ਸਭ ਉਹਨਾਂ ਨੇ ਵਿੱਚ ਆੜ ਰੱਖ ਕੇ ਸਾਡੀ ਤੇ ਮੇਰਾ ਪੁੱਤਰ ਬੇਗੁਨਾਹ 2.5 ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ। ਮੇਰੇ ਪੁੱਤਰ ਦਾ ਟਰਾਇਲ ਚੱਲਦਾ ਪਿਆ ਸੀ। ਸਾਰੀਆਂ ਜੋ ਕੁਛ ਵੀ ਤਰੀਕਾਕਾਰ, ਜੋ ਕਾਨੂੰਨੀ ਕਾਰਵਾਈ ਉਹ ਸਾਰੀ ਹੋ ਰਹੀ ਸੀ। ਮਗਰ ਇਹਨਾਂ ਨੇ ਇੰਤਜ਼ਾਰ ਨਹੀਂ ਕੀਤਾ ਕਿ ਜੋ ਸੱਚ ਝੂਠ ਸੀ ਸਾਰਾ ਉੱਥੇ ਸੀ ਨਾ, ਆ ਜਾਣਾ ਸੀ ਸਾਹਮਣੇ। ਇਹਨਾਂ ਨੇ ਨਹੀਂ ਬਰਦਾਸ਼ਤ ਕੀਤਾ। ਇਹਨਾਂ ਨੇ ਖੁਦ ਜਿਹੜਾ ਨਾ ਕਾਨੂੰਨ ਹੱਥ 'ਚ ਲਿਆਇਆ। ਸਾਨੂੰ ਇਸ ਗੱਲ ਦਾ ਪਤਾ ਹੁੰਦਾ, ਸਾਡੇ ਅੰਦਰ ਚੋਰ ਹੁੰਦਾ ਤੇ ਅਸੀਂ ਛੁਪ ਜਾਂਦੇ, ਅਸੀਂ ਲੁਕ ਜਾਂਦੇ, ਅਸੀਂ ਇਲਾਕਾ ਛੱਡ ਦਿੰਦੇ ਤੇ ਅਸੀਂ ਨਾ ਆਪਣਾ ਸਰੇਆਮ ਕਾਰੋਬਾਰ ਕਰਦੇ। ਮੇਰਾ ਮੀਆਂ, ਮੇਰਾ ਬੇਟਾ ਕਾਰੋਬਾਰ ਕਰਦੇ ਪਏ ਸੀ। ਕਾਰੋਬਾਰ ਕਰਦਿਆਂ ਤੇ ਅੱਡੇ ਤੇ ਬੈਠਿਆਂ ਮਾਰ ਗਏ ਨੇ। ਅੱਛਾ, ਤੁਹਾਨੂੰ ਕੋਈ ਇਸ ਚੀਜ਼ ਦਾ ਇਲਮ ਨਹੀਂ ਸੀ ਹੈ ਵੀ ਕਿ ਸਾਡੇ ਨਾਲ ਐਡਾ ਵੱਡਾ ਵਾਕਿਆ ਹੋ ਜ਼ਿਕਰ ਵੀ ਨਹੀਂ ਸੀ, ਸਾਡੇ ਹੋਸ਼ 'ਚ ਵੀ ਨਹੀਂ ਸੀ ਕਿ ਕਿਉਂਕਿ ਸਾਡਾ ਦਿਲ ਸਾਫ਼ ਸੀ। ਸਾਡਾ ਰੱਬ ਨੂੰ ਵੀ ਪਤਾ ਸੀ, ਸਾਨੂੰ ਵੀ ਪਤਾ ਸੀ ਕਿ ਸਾਡੇ ਦਿਲ 'ਚ ਚੋਰ ਨਹੀਂ ਆ, ਅਸੀਂ ਨਹੀਂ ਆ ਗਲਤ ਕੀਤਾ ਹੀ ਨਹੀਂ ਹੈ। ਜਿਹੜਾ ਸਾਡੇ ਨਾਲ ਗਲਤ ਹੋਣਾ ਆ ਉਹ ਖੁਦ ਜਾਣਦੇ ਨੇ ਇਸ ਚੀਜ਼ ਨੂੰ ਕਿ ਅਸੀਂ ਮਾਰੇ ਦਾ। ਤੇ ਉਹ ਆਪਣੇ ਬੱਚਿਆਂ ਦੇ ਜਿਹੜੇ ਮਰਨ ਵਾਲਾ ਨਾ, ਉਹਦੇ ਬੱਚਿਆਂ ਦੇ ਅੱਗੇ ਸੱਚਾ ਹੋਣ ਵਾਸਤੇ ਸਾਨੂੰ ਗੁਨਾਹਗਾਰ ਕੀਤਾ ਗਿਆ ਹੈ। ਉਹ ਬੱਚਿਆਂ ਨੂੰ ਹੁਣ ਇਹਨਾਂ ਨੇ ਆਪਣੇ ਨਾਲ ਲਾਇਆ ਦਾ। ਉਹ ਬੱਚੇ ਇਹਨਾਂ ਨੇ ਅੱਗੇ ਕੀਤੇ ਦੇ ਨੇ ਤੇ ਉਹ ਬੱਚਾ ਵੀ ਨਾਲ ਸੀ ਜਿਸ ਵੇਲੇ ਮਾਰਨ ਆਇਆ। ਚਾਰੇ ਭਰਾ ਸਨ, ਭਤੀਜੇ ਵੀ ਸਨ ਸਾਰੇ।
ਸਾਰੇ ਮੋਟਰਸਾਈਕਲਾਂ ਲੈ ਕੇ ਇਹ ਪੂਰੇ ਜਿਹੜਾ ਹੈ ਨਾ ਸੁਪਰ ਟਾਊਨ ਦੇ ਵਿੱਚ ਉਹਨਾਂ ਨੇ ਆ ਕੇ ਦਹਿਸ਼ਤ ਫੈਲਾਈ ਹੈ। ਪੂਰੀ ਦਹਿਸ਼ਤ ਫੈਲਾਈ ਹੈ, ਫਾਇਰਿੰਗ ਕੀਤੀ ਹੈ, ਬੜੀ ਜਾਣੀ ਕਿ ਆਪਣਾ ਤਸੱਲੀ ਦੇ ਨਾਲ ਮਾਰ ਕੇ ਗਏ ਨੇ। ਮੇਰੇ ਮੁਲਾਜ਼ਮ ਸਾਈਡ ਤੇ ਕਰ ਦਿੱਤੇ ਨੇ, ਮੇਰੇ ਦੋਨਾਂ ਨੂੰ ਮਾਰਤਾ। ਮੇਰੇ ਬੀਏ ਨੇ ਵਾਸਤਾ ਪਾਇਆ ਉਹਦੇ ਅੱਗੇ, ਓਏ ਮੈਨੂੰ ਮਾਰ ਲਿਆ ਈ ਉਹ, ਤੇ ਮੇਰੇ ਪੁੱਤਰ ਨੂੰ ਨਾ ਮਾਰੀ, ਮੇਰੇ ਪੁੱਤਰ ਨੂੰ ਨਾ ਮਾਰੀ। ਉਹਨਾਂ ਨੇ ਇੱਕ ਕਰਕੇ ਨਹੀਂ ਸੁਣੀ, ਉਹਨਾਂ ਨੇ ਪੁੱਤਰ ਪਹਿਲੇ ਮਾਰ ਦਿੱਤਾ ਸੀ, ਪਿਓ ਨੂੰ ਬਾਅਦ ਚ ਮਾਰਿਆ। ਬਸ ਮੈਂ ਪੁੱਛਣਾ ਚਾਹਨੀ ਹਾਂ ਉਹਨਾਂ ਕੋਲੋਂ ਕਿ ਮੈਨੂੰ ਇਹ ਦੱਸ ਦਿਓ ਕਿ ਮੇਰਾ ਗੁਨਾਹ ਕੀ ਹੈ। ਉਹ ਜਿਹੜੇ ਮਾਸੂਮ ਮਾਰ ਕੇ ਗਏ ਨੇ ਉਹਨਾਂ ਦਾ ਜੁਰਮ ਕੀ ਸੀ, ਬਸ ਮੈਂ ਜੁਰਮ ਪੁੱਛਣਾ ਚਾਹਨੀ ਹਾਂ ਉਹਨਾਂ ਦੇ ਕੋਲੋਂ ਵੀ ਤੇ ਮੈਂ ਦੁਨੀਆ ਤੋਂ ਵੀ। ਮੈਂ ਪੁਲਿਸ ਇਸ ਟਾਈਮ ਤੇ ਮੇਰੇ ਮਗਰ ਕਿਸੇ ਨੇ ਕੋਈ ਅਜੇ ਤੱਕ ਕੋਈ ਪੈਰਵਾਈ ਨਹੀਂ ਕੀਤੀ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਇਹ ਸਾਰਾ ਵਾਕਿਆ ਹੋ ਗਿਆ ਸੀ ਤੁਹਾਨੂੰ ਕਿਵੇਂ ਪਤਾ ਚੱਲਿਆ ਸੀ ਕਿ ਤੁਹਾਡੇ ਸ਼ੋਹਰ ਨੂੰ, ਤੁਹਾਡੇ ਬੇਟੇ ਨੂੰ ਕਤਲ ਕਰ ਦਿੱਤਾ ਗਿਆ? ਮੈਂ ਵੈਸੇ ਜਾਂਦੀ ਪਈ ਸੀ ਦੁਕਾਨ ਤੇ, ਅੱਗੇ ਮੈਨੂੰ ਫਾਇਰਿੰਗ ਦੀ ਆਵਾਜ਼ ਆਈ ਹੈ। ਮੈਂ ਰੁਕ ਗਈ ਹਾਂ 2 ਮਿੰਟ, ਮੈਂ ਕਿਹਾ ਪਤਾ ਨਹੀਂ ਕਿਉਂ ਫਾਇਰਿੰਗ ਹੋ ਰਹੀ ਹੈ। ਮੈਂ ਅੱਗੇ ਜਾ ਕੇ ਵੇਖਿਆ ਤੇ ਕਹਿੰਦੇ ਨੇ, ਅੱਗੇ ਮੈਂ ਜਾ ਕੇ ਵੇਖਿਆ ਤੇ ਮੇਰਾ ਮੀਆਂ ਚੇਅਰ ਤੇ ਗੋਲੀਆਂ ਮਾਰ ਕੇ ਉਹਨਾਂ ਨੇ ਹਲਾਕ ਕਰ ਦਿੱਤਾ। ਬੇਟਾ ਮੇਰਾ ਮੋਟਰਸਾਈਕਲ ਦੇ ਇੱਕ ਪੈਰ ਉੱਤੇ ਸੀ, ਇੱਕ ਥੱਲੇ ਸੀ, ਪਿੱਛੋਂ ਕੰਡ ਤੇ ਉਹਨਾਂ ਨੇ ਫਾਇਰ ਕੀਤੇ ਨੇ। ਅੰਧੀ ਧੁੰਦ ਜੋ ਹੈ ਨਾ ਫਾਇਰਿੰਗ ਕੀਤੀ ਉਹਨਾਂ ਨੇ। ਅੱਲਾ ਜਾਣਦਾ ਕਿੰਨੇ ਵੱਜੇ ਨੇ ਕਿੰਨੇ ਨਹੀਂ ਵੱਜੇ, ਮੈਨੂੰ ਆਪਣੀ ਹੋਸ਼ ਨਹੀਂ ਫਿਰ ਰਹੀ। ਇਹ ਵਾਕਿਆ ਹੋਣ ਤੋਂ ਕਿੰਨੀ ਦੇਰ ਬਾਅਦ ਉੱਥੇ ਪੁਲਿਸ ਆਈ ਸੀ? ਕਾਫੀ ਦੇਰ ਬਾਅਦ ਆਈ ਹੈ, ਕਾਫੀ। ਫੌਰੀ ਅਗਰ ਆ ਜਾਂਦੀ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਸਕਦੀ। ਹਾਂ, ਕਾਫੀ ਦੇਰ ਬਾਅਦ ਆਈ ਹੈ। ਸਾਰੀ ਦੁਨੀਆ ਹੀ ਨੱਸ ਭੱਜ ਗਈ ਹੈ। ਉਹਨਾਂ ਨੇ ਇੰਨਾ ਕੁ ਜਾਨੀ ਕਿ ਖੌਫ ਪਾਇਆ ਤੇ ਦੁਨੀਆ। ਇਹ ਕੀ ਹੈਗੇ ਨੇ, ਇਹਨਾਂ ਕੀ ਕੰਮ ਹੈਗਾ? ਕੋਈ ਇਸੇ ਤਰ੍ਹਾਂ ਦੀ ਗੁੰਡਾਗਰਦੀ ਕਰਦੇ ਹੈਗੇ ਨੇ? ਇਹਨਾਂ ਦੇ ਕਾਰੋਬਾਰ ਵੀ ਹੈ ਨੇ, ਉੱਥੋਂ ਦੇ ਅਵਾਨ ਟਾਊਨ ਦੇ ਬਦਮਾਸ਼ ਸਮਝ ਲਓ। ਇਸ ਟਾਈਮ ਤੇ ਬਦਮਾਸ਼ ਨੇ, ਪੈਸੇ ਵਾਲੇ ਨੇ, ਪੈਸੇ ਨਾਲ ਹਰ ਚੀਜ਼ ਨੂੰ ਖਰੀਦ ਲੈਂਦੇ ਪਏ ਨੇ। ਮੈਨੂੰ ਇਨਸਾਫ ਨਹੀਂ ਮਿਲਦਾ ਪਿਆ। ਪੁਲਿਸ ਮੇਰੀ ਸਾਰੀ ਉਹਨਾਂ ਨੇ ਹਿਸਾਬ ਨਾਲ, ਮੈਂ ਕੁਛ ਕੀ ਕਹਿ ਸਕਨੀ ਆ। ਕੋਈ ਯਾਨੀ ਕਿ ਪੁਲਿਸ ਦਾ ਆਲਾ ਅਫਸਰ ਤੁਹਾਡੇ ਘਰ ਨਹੀਂ? ਆਲਾ ਅਫਸਰ ਕੋਈ ਵੀ ਨਹੀਂ ਮੇਰੇ ਤੱਕ ਆਇਆ। ਕੋਈ ਵੀ ਆਖੇ ਨਾ ਕਿ ਇੱਕ ਵੀ ਗਵਰਨਮੈਂਟ ਦਾ ਸਰਕਾਰੀ ਮੁਲਾਜ਼ਮ ਜਾਂ ਕੋਈ ਮੇਰੇ ਤੱਕ ਕੋਈ ਨਹੀਂ ਆਇਆ। ਮੁਲਜ਼ਮ ਸਾਰੇ ਫਰਾਰ ਹੈਗੇ ਨਾ, ਕੋਈ ਨਹੀਂ ਫੜਿਆ ਗਿਆ? ਸਾਰੇ ਫਰਾਰ ਨੇ। ਇੱਕ ਨੇ ਗ੍ਰਿਫਤਾਰੀ ਆ ਕੇ ਦਿੱਤੀ ਹੈ, ਉਹ ਰੱਬ ਜਾਣਦਾ ਕਿਸ ਵਜ੍ਹਾ ਤੋਂ ਉਹਨੇ ਆ ਕੇ ਗ੍ਰਿਫਤਾਰੀ ਦਿੱਤੀ ਹੈ, ਕੀ ਵਜ੍ਹਾ ਸੀ। ਕਿ ਪੁਲਿਸ ਤਸੱਲੀਆਂ ਸਿਰਫ ਦੇ ਰਹੀ ਹੈ? ਸਿਰਫ ਤਸੱਲੀਆਂ ਦੇ ਰਹੀ ਹੈ, ਤਸੱਲੀਆਂ ਤੋਂ ਇਲਾਵਾ ਮੈਨੂੰ ਕੁਝ ਨਹੀਂ ਮਿਲਦਾ ਪਿਆ। ਜਾਨੀਆਂ ਤੇ ਕਹਿੰਦੇ ਨੇ ਬੀਬੀ ਜੀ ਕਰ ਰਹੇ ਆ ਕੰਮ, ਸਾਨੂੰ ਇੰਨਾ ਟਾਈਮ ਦੇ ਦੇ, ਸਾਨੂੰ ਇੰਨਾ ਟਾਈਮ ਦੇ ਦੇ। ਫਿਰ ਮੈਂ ਜਦੋਂ ਟਾਈਮ ਹੁੰਦਾ ਮੈਂ ਫਿਰ ਜਾਨੀ ਆ, ਫਿਰ ਕੁਛ ਨਹੀਂ ਮੇਰਾ। ਜਿਹੜਾ ਬੇਟਾ ਤੁਹਾਡਾ ਕਤਲ ਹੋਇਆ ਹੈ, ਇਹ ਸ਼ਾਦੀशुदा ਸੀ ਕਿ ਕੁਆਰਾ ਸੀ? ਇਹ ਮੇਰਾ ਬੇਟਾ ਸ਼ਾਦੀशुदा ਨਹੀਂ ਸੀ, ਇਹਦੀ ਮੈਂ ਮੰਗਣੀ ਕੀਤੀ ਹੋਈ ਸੀ। ਐਸੇ ਰੋਲੇ ਦੇ ਵਿੱਚ ਮੇਰਾ ਵੱਡਾ ਬੇਟਾ ਹੈ, ਮੇਰਾ ਜਾਨੀ ਕਿ ਪਲੇਠੀ ਦਾ ਬੇਟਾ ਹੈ। 27 ਸਾਲ ਉਮਰ ਸੀ ਇਹਦੀ। ਬਸ ਇਹੀ ਸੋਚਦੇ ਪਏ ਸਾਂ ਕਿ ਹੁਣ ਨਾ कर लेने। आपके घर पे तो क़यामत का मंजर था जब 2 लाशें थी, बाप की और बेटे जवान की। ਇਹੀ ਤੇ ਮੈਂ ਪੁੱਛਣਾ ਚਾਹੁੰਦੀ ਹਾਂ ਗਵਰਨਮੈਂਟ ਕੋਲੋਂ ਵੀ ਤੇ ਆਵਾਮ ਕੋਲੋਂ ਵੀ, ਤੇ ਮੇਰੇ ਬੱਚਿਆਂ ਦਾ ਕੀ ਗੁਨਾਹ ਸੀ, ਮੇਰੇ ਮੀਆਂ ਦਾ ਕੀ ਗੁਨਾਹ ਸੀ, ਉਹਨੂੰ ਕਿਉਂ ਉਹਨਾਂ ਨੇ ਕਤਲ ਕੀਤਾ। ਜੇ ਤੁਹਾਡੇ ਕੋਈ ਤਨਾਜ਼ੇ ਹਨ, ਕੋਈ ਗੱਲ ਸੀ, ਤੁਸੀਂ ਬਹਿ ਕੇ ਕਰ ਲੈਣੀ ਸੀ। ਤੁਸੀਂ ਕਿਹੜੇ ਗੈਰ ਸੀ, ਮਾਮੇ ਦੇ ਪੁੱਤਰ ਸੀ। ਸਾਰਾ ਕਸੂਰ ਹੈ ਨਦੀਮ ਦਾ, ਨਈਮ ਦਾ, ਸਗੀਰ ਦਾ ਤੇ ਨਵੀਦ ਦਾ। ਅੱਗੋਂ ਦੇ ਭਾਂਜੇ ਨੇ ਜਿਹੜੇ ਸਾਰੇ ਮਰਨ ਵਾਲੇ ਦੇ ਬੇਟੇ, ਮਰਨ ਵਾਲੇ ਦੇ ਬੇਟਿਆਂ ਨੂੰ ਆਪਣੇ ਲਾ ਲਿਆ ਉਹਨਾਂ ਨੇ, ਆਪਣੀ ਤਰਫ ਲਾ ਲਿਆ, ਉਹਨਾਂ ਨੂੰ ਬਦਮਾਸ਼ ਬਣਾ ਲਿਆ। ਸਾਰੇ ਇਕੱਠੇ ਹੋ ਕੇ ਆ ਕੇ ਕਰਕੇ ਗਏ ਨੇ ਜੋ ਕੁਝ ਵੀ ਕੀਤਾ ਇਹਨਾਂ ਨੇ ਕੀਤਾ। ਮੇਰੀ ਤੇ ਦੁਨੀਆ ਖਤਮ ਕਰ ਗਏ ਨੇ, ਮੇਰਾ ਕੁਝ ਨਹੀਂ ਬਾਕੀ ਬਚਿਆ। ਮੇਰਾ ਮੀਆਂ ਸੀ, ਮੇਰਾ ਇੱਕ ਬੇਟਾ ਸੀ, ਇੱਕ ਉਹਨਾਂ ਨੇ ਪਹਿਲੇ ਬੇਗੁਨਾਹ 2.5 ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ। ਤੁਸੀਂ ਕੀ ਚਾਹੁੰਦੇ ਹੋ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ? ਮੈਨੂੰ ਇਨਸਾਫ ਦਿੱਤਾ ਜਾਏ, ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ। ਮੇਰੇ ਮੈਂ ਬਸ ਇਹੀ ਉਹਨਾਂ ਕੋਲ ਇੱਕ ਵਾਰੀ ਇਹ ਵੀ ਪੁੱਛਣਾ ਚਾਹੁੰਦੀ ਹਾਂ ਕਿ ਮੇਰੇ ਰੂਬਰੂ ਹੋਣ, ਮੈਂ ਉਹਨਾਂ ਤੋਂ ਪੁੱਛਾਂ
ਕਿ ਮੇਰੇ ਬੱਚੇ ਦਾ ਕੀ ਗੁਨਾਹ ਸੀ, ਮੇਰੇ ਮੀਆਂ ਦਾ ਕੀ ਗੁਨਾਹ ਸੀ। ਬਸ ਤੇ ਮੈਨੂੰ ਇਨਸਾਫ ਦਿੱਤਾ ਜਾਏ। ਮੇਰਾ ਕਾਰੋਬਾਰ ਬੰਦ ਹੈ, मेरी हर चीज बंद है, मेरा कोई पीछे जाने वाला नहीं है, मेरा कोई पीछे दौड़ने वाला नहीं है। अभी भी आपको धमकियां आ रही हैं, आप कह रहे अभी भी धमकियां आ रही हैं, मैनू यही कह रहे ने कि ਅਸੀਂ ਦੋ ਮਾਰ ਕੇ ਜ਼ਮਾਨਤਾਂ ਕਰਾ ਲੀਆਂ ਨੇ, ਅਸੀਂ ਇਹ ਦੋ ਪਿੱਛੇ ਰਹਿ ਗਏ ਨੇ, ਅਸੀਂ ਇਹਨਾਂ ਨੂੰ ਵੀ ਮਾਰ ਦੇਣਾ ਜ਼ਮਾਨਤ, ਫਿਰ ਵੀ ਅਸੀਂ ਕਰਾ ਲੈਣੀ ਆ। ਜਿਹੜਾ ਮੇਰਾ ਪੁੱਤਰ ਜੇਲ੍ਹ ਦੇ ਵਿੱਚ ਹੈ ਉਹਦੇ ਪਿੱਛੇ ਅਦਾਲਤ 'ਚ ਵੀ ਉਹਨਾਂ ਨੇ ਗੁੰਡੇ ਭੇਜੇ ਨੇ, ਅਦਾਲਤ ਦੇ ਵਿੱਚ ਵੀ ਬੰਦੇ ਭੇਜੇ ਨੇ, ਉਹਨਾਂ ਮੇਰੇ ਪਿੱਛੇ ਵੀ ਭੇਜੇ ਨੇ। ਫਿਰ ਜੱਜ ਦੀ ਮਿਹਰਬਾਨੀ ਹੈ, ਜੱਜ ਨੇ ਮੈਨੂੰ ਫਿਰ ਸਿਕਿਉਰਿਟੀ ਦਿੱਤੀ ਹੈ, ਸਿਕਿਉਰਿਟੀ ਦੇ ਕੇ ਮੈਨੂੰ ਘਰ ਭਜਾਇਆ ਉਹਨਾਂ ਨੇ। ਤੇ ਮੇਰੇ ਪੁੱਤਰ ਨੂੰ ਪੇਸ਼ ਨਹੀਂ ਕੀਤਾ ਨਾ ਕਿ ਬਚ ਜਾਏ, ਕਿਤੇ ਇੱਥੇ ਉਹਨੂੰ ਵੀ ਨਾ ਮਾਰ ਜਾਣ। ਮੈਂ ਕੀ ਦੱਸਾਂ ਤੇ ਵੀਰ, ਮੈਂ ਕੀ ਕਰਾਂ, ਮੈਂ ਤੇ ਮੇਰਾ ਤੇ ਸਾਰਾ ਕੁਝ ਹੀ ਖਤਮ ਹੋ ਗਿਆ, ਮੇਰੀ ਤੇ ਦੁਨੀਆ ਉਜੜ ਗਈ ਹੈ, ਮੇਰਾ ਤੇ ਕੁਝ ਨਹੀਂ ਬਚਿਆ। ਹੁਣ ਮੈਂ ਕੀ ਦੱਸਾਂ ਤੁਹਾਨੂੰ।